Ah, Hanji. Hello. How are you, everybody? Healthy, happy, safe, ठीक ठाक सब ਥਾਂ ਤੇ ਆਪੋ ਆਪਣੀ ਥਾਂ ਤੇ ਸੁਖ ਪ੍ਰਸੰਨ ਖੁਸ਼ ਪ੍ਰਸੰਨ। ਉਹ ਕੱਲ ਮੈਂ ਹੋ ਕੇ ਆਇਆ ਨਾ ਕੋਪਨਹੈਗਨ ਆਪਣੇ ਨਵੇਂ ਜੰਮੇ ਪੋਤਰੇ ਇਲੀਆਸ ਦੇ ਪਹਿਲੀ ਵਾਰੀ ਦਰਸ਼ਨ ਕਰਨ ਲਈ। ਉੱਥੇ ਇੱਕ ਬੜੀ ਦਿਲਚਸਪ ਜੀ ਗੱਲ ਹੋਈ ਕਿ ਮੇਰੀ 3.5 ਸਾਲ ਦੀ ਪੋਤਰੀ ਮਾਇਆ ਵਿਦਿਆ ਉਹ ਮੈਨੂੰ ਪੁੱਛਦੀ ਹੈ ਕਿ ਦਾਦਾ ਜੀ ਤੁਸੀਂ ਬੁੱਢੇ ਕਿਉਂ ਹੋ ਜੀ। ਉਹ ਮੈਨੂੰ ਦਾਦਾ ਜੀ ਕਹਿੰਦੀ ਹੈ। ਹੀ ਉਹਦੇ ਮਾਂ ਪਿਓ ਨੇ ਵੀ ਉਹਨੂੰ ਸਿਖਾ ਰਹੇ ਨੇ ਕਿ ਦਾਦਾ ਜੀ ਕਹਿਣਾ ਹੈ, ਨਾਨਾ ਜੀ ਕਹਿਣਾ ਹੈ, ਨਾਨੀ ਜੀ ਕਹਿਣਾ ਹੈ, ਕਿਉਂਕਿ ਉਹਨਾਂ ਨੂੰ ਪਤਾ ਕਿ ਮੈਨੂੰ ਇਹ ਦਾਦੂ, ਨਾਨੂ, ਚਾਚੂ, ਤਾਊ ਇਹ ਲਫ਼ਜ਼ ਨਾ ਕੋਈ ਜ਼ਿਆਦਾ ਵਧੀਆ ਨਹੀਂ ਪਾਉਂਦੇ। ਪਰ ਨੈਵਰ ਮਾਈਂਡ। ਉਹਨੇ ਇਹ ਪੁੱਛਿਆ ਕਿ ਦਾਦਾ ਜੀ ਤੁਸੀਂ ਬੁੱਢੇ ਕਿਉਂ ਹੋ। ਉਹਦਾ ਇੱਕ ਕਾਰਨ ਉਹ ਪੁੱਛ ਰਹੀ ਸੀ ਕਿਉਂਕਿ ਪਹਿਲੇ ਆਪਣੇ ਮਾਂ ਪਿਓ ਨੂੰ ਪਿਛਲੇ 2-3 ਹਫ਼ਤਿਆਂ 'ਚ ਕਿਉਂਕਿ ਉਹਦੀ ਪੜਨਾਨੀ ਹੁਣੇ ਸ਼ਾਇਦ 90 ਸਾਲ ਦੀ ਹੋਈ ਹੈ ਅਤੇ ਉਹਦੇ ਨਾਨਾ ਜੀ 72 ਕਿ 73 ਸਾਲ ਦੇ ਹੋਏ ਨੇ। ਉਹਦੇ ਨਾਨੀ ਜੀ ਵੀ ਮੇਰੇ ਵਾਂਗਰ 65 ਕੁ ਸਾਲ ਦੇ ਹੋਏ ਨੇ। ਸੋ ਉਹਨੂੰ ਇਹ ਸਾਰੇ ਅਸੀਂ ਜਿਹੜੇ ਬੁੱਢੇ ਦਿਸਦੇ ਹਾਂ। ਅਤੇ ਉਹਨੇ ਮੈਨੂੰ ਫਿਰ ਪੁੱਛਿਆ ਦਾਦਾ ਜੀ ਤੁਸੀਂ ਬੁੱਢੇ ਕਿਉਂ ਹੋ। ਹੁਣ ਇੱਕ 3.5 ਸਾਲ ਦੀ ਬੱਚੀ ਨੂੰ ਮੈਂ ਕੀ ਜਵਾਬ ਦੇਵਾਂ। ਉਸ ਇੱਕ ਵਾਰ ਤਾਂ ਇੱਕਦਮ ਥੋੜ੍ਹਾ ਮੈਂ ਝਿਜਕ ਗਿਆ। ਪਰ ਫਿਰ ਜਿਹੜੀ ਮੈਨੂੰ ਇੱਕ ਗੱਲ ਸੁੱਝੀ, ਮੈਂ ਉਹਨੂੰ ਕਿਹਾ ਵੇਖੋ ਮਾਇਆ ਜੀ ਮੈਂ ਇਸ ਲਈ ਬੁੱਢਾ ਵਾਂ ਕਿ ਤੁਸੀਂ ਮੈਨੂੰ ਫਿਰ ਦਾਦਾ ਜੀ ਕਹਿ ਸਕੋ, ਕਿਉਂਕਿ ਤੁਸੀਂ ਆਪਣੇ ਪਾਪਾ ਨੂੰ ਤਾਂ ਦਾਦਾ ਜੀ ਨਹੀਂ ਨਾ ਕਹਿ ਸਕਦੇ। ਕਹਿੰਦੀ ਨਹੀਂ। ਮੈਂ ਕਿਹਾ ਆਪਣੇ ਨਾਨਾ ਜੀ ਨੂੰ ਵੀ ਨਹੀਂ, ਤੁਸੀਂ ਆਪਣੇ ਪਾਪਾ ਨੂੰ ਨਾਨਾ ਜੀ ਵੀ ਨਹੀਂ ਕਹਿ ਸਕਦੇ। ਕਹਿੰਦੀ ਨਹੀਂ। ਮੈਂ ਕਿਹਾ ਸੋ ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਇਸ ਲਈ ਵੀ ਬੁੱਢਾ ਹਾਂ ਕਿ ਤੁਸੀਂ ਮੈਨੂੰ ਦਾਦਾ ਜੀ ਕਹਿ ਸਕੋ, ਅਤੇ ਦੂਜੀ ਗੱਲ ਇਹ ਹੈ ਕਿ ਮੈਂ ਇਸ ਲਈ ਬੁੱਢਾ ਹਾਂ ਕਿ ਮੈਨੂੰ ਦਾਦਾ ਜੀ ਕਹਿਣ ਵਾਲੀ ਇੱਕ ਮਾਇਆ ਮਿਲੇ ਹੈ ਜੀ। ਅਤੇ ਹੁਣ ਜਦੋਂ ਵੱਡਾ ਹੋਏਗਾ ਇੱਕ ਇਲੀਆਸ ਮਿਲੇ। ਇਹ ਮੈਨੂੰ ਬੁੱਢੇ ਹੋਣ ਦਾ ਇਸ ਲਈ ਮੈਂ ਬੁੱਢਾ। ਅੱਛਾ ਜੀ, ਉਹਨੂੰ ਥੋੜ੍ਹੀ ਜਿਹੀ ਗੱਲ ਸਮਝ ਆਈ, ਥੋੜ੍ਹੀ ਨਹੀਂ ਆਈ, ਪਰ ਮੈਂ ਫਿਰ ਸੋਚਣ ਲੱਗ ਪਿਆ ਕਿ ਹਾਂ ਵੀ 3.5 ਸਾਲ ਦੇ ਬੱਚੇ ਨੂੰ ਕਿਵੇਂ ਇਹ ਗੱਲ ਕਹੀਏ। ਉਹਨੇ ਇਹ ਨਹੀਂ ਪੁੱਛਿਆ ਕਿ ਤੁਸੀਂ ਬੁੱਢੇ ਕਿਵੇਂ ਹੋਏ ਹੋ, ਜਾਂ ਉਹਨੇ ਕਿਹਾ ਤੁਸੀਂ ਬੁੱਢੇ ਕਿਉਂ ਹੋ। ਹਾਂਜੀ, ਸੋ ਉਹ ਬੁੱਢੇ ਕਿਉਂ ਹੈ ਉਹਦਾ ਲਈ ਇਹ ਕਿ ਵੀ ਇਹ ਮੈਂ ਬੁੱਢਾ ਤਾਂ ਹੀ ਤੈਨੂੰ ਇੱਕ ਦਾਦਾ ਜੀ ਮਿਲਿਆ। ਪਰ ਚਲੋ ਇਹ ਉਹੀ ਸਵਾਲ ਚੱਲ ਰਿਹਾ ਕਿ ਅਸੀਂ ਬੁੱਢਾ ਕਦੋਂ ਹੁੰਦੇ ਹਾਂ, ਕਿਵੇਂ ਹੁੰਦੇ ਹਾਂ। ਪਿਛਲੀ ਵਾਰੀ ਮੈਂ ਬੁਢੇਪੇ ਦੀਆਂ ਘੱਟੋ ਘੱਟ ਸਮਾਜਿਕ ਰੂਪ ਵਿੱਚ ਬੜੀਆਂ ਚੰਗੀਆਂ ਗੱਲਾਂ ਲੱਭਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਬਾਇਓਲੋਜੀ ਦੇ ਪੱਧਰ ਉੱਤੇ ਮੋਸਟਲੀ ਤਾਂ ਨੈਗੇਟਿਵ ਗੱਲਾਂ ਹੀ ਕੀਤੀਆਂ। ਭਾਵੇਂ ਬ੍ਰੇਨ ਦੇ ਵਿੱਚ ਥੋੜ੍ਹੀਆਂ ਜਿਹੀਆਂ ਇੰਪਰੂਵਮੈਂਟਸ ਹੁੰਦੀਆਂ, ਉਹਦੀਆਂ ਵੀ ਲੋੜ ਹੋ ਸਕਦੀ ਹੈ, ਪਰ ਜ਼ਿਆਦਾ ਸਮਾਜ ਦੇ ਵਿੱਚੋਂ ਹੀ ਲੱਭਣ ਦੀ ਕੋਸ਼ਿਸ਼ ਕੀਤੀ ਕਿ ਵੀ ਮੈਨੂੰ ਕੀ ਲੱਗਦਾ ਬੁੱਢਾ ਹੋ ਕੇ, ਕਿ ਬੁੱਢੇ ਹੋ ਕੇ ਮੈਨੂੰ ਉਹ ਇਨਫੋਰਮੇਸ਼ਨ ਅਤੇ ਨੌਲੇਜ ਅਤੇ ਵਿਜ਼ਡਮ ਦੀ ਜਰਨੀ ਵਿੱਚ ਮੈਂ ਕਿੱਥੇ ਤੱਕ ਪੁੱਜਿਆ। ਮੇਰੇ 'ਚ ਜਿਹੜੇ ਗੁਣ ਚੰਗੇ ਸਮਝੇ ਜਾਂਦੇ ਨੇ ਇੱਕ ਚੰਗੇ ਇਨਸਾਨ ਦੇ, ਕਿ ਵੀ ਉਹ ਟੋਲਰੈਂਟ ਹੋਵੇ, ਐਮਪੈਥਿਕ ਹੋਵੇ, ਦੂਜੇ ਦੇ ਬਾਰੇ ਦੂਜੇ ਦੀ ਪੀੜ ਨੂੰ ਸਮਝਣ ਵਾਲਾ ਹੋਵੇ, ਉਹਦੇ ਵਧਣ ਦੇ ਹੁਣ ਜ਼ਿਆਦਾ ਚਾਂਸ ਨੇ ਜਾਂ ਉਹਦਾ ਪੋਟੈਂਸ਼ੀਅਲ ਹੈ। ਅਤੇ ਇਹ ਪੋਟੈਂਸ਼ੀਅਲ ਨੂੰ ਅਚੀਵ ਕਰਨਾ ਬੁਢੇਪੇ ਦੇ ਵਿੱਚ ਸ਼ਾਇਦ ਜ਼ਿਆਦਾ ਸੌਖਾ ਹੈ, ਕਿਉਂਕਿ ਪਹਿਲੀ ਦੀ ਜ਼ਿੰਦਗੀ 'ਚ ਮਾਰ ਧਾੜ ਦੀ ਜ਼ਿੰਦਗੀ 'ਚ, ਕੰਪੀਟੀਸ਼ਨ ਦੀ ਜ਼ਿੰਦਗੀ ਵਿੱਚ ਕਈ ਵਾਰੀ ਇਹੋ ਜਿਹੇ ਅਸੀਂ ਆਪਣੇ ਗੁਣਾਂ ਨੂੰ ਵਧਾਉਣ ਦਾ ਮੌਕਾ ਨਹੀਂ ਮਿਲਦਾ ਜਾਂ ਛਿਪੇ ਰਹਿ ਜਾਂਦੇ ਨੇ। ਅਤੇ ਪਰ ਉਹਨਾਂ ਨੂੰ ਵਧਾਉਣ ਦੇ ਮੌਕੇ ਵਿੱਚ ਜਿਹੜੀ ਇੱਕ ਗੱਲ ਪਿਛਲੇ ਪਰਸੋਂ ਨਹੀਂ ਸੀ ਕੀਤੀ ਕਿ ਸਮਾਜਿਕ ਰੂਪ 'ਚ ਬੁੱਢੇ ਹੋਣ ਦੇ ਕੀ ਫਾਇਦੇ ਨੇ। ਇੱਕ ਹੈਗੀ ਹੈ ਬੜਾ ਵੱਡਾ ਕਿ ਸੈਂਸ ਆਫ ਫਰੀਡਮ, ਆਜ਼ਾਦੀ ਮਿਲਦੀ ਹੈ। ਕਾਹਦੇ ਤੋਂ ਆਜ਼ਾਦੀ ਮਿਲਦੀ ਹੈ। ਇੱਕ ਤਾਂ ਇਹ ਜਿਹੜੇ ਰੋਜ਼ਮर्रा ਦੀ ਸਾਰੀ ਜ਼ਿੰਦਗੀ ਦੇ ਮਾਰ ਧਾੜ ਦੀ ਰੇਸ ਵਿੱਚੋਂ, ਕਿਉਂਕਿ ਸਾਡੀਆਂ ਕੁਝ ਡਿਊਟੀਆਂ ਨੇ, ਅਸੀਂ ਬੱਚੇ ਪਾਲਣੇ ਹੈ, ਉਹਦੇ ਲਈ ਰੋਟੀ ਕਮਾਉਣੀ ਹੈ, ਸਮਾਜ ਦੇ ਵਿੱਚ ਆਪਣਾ ਨਾਮ ਬਣਾਉਣਾ, ਜੋ ਕੁਝ ਵੀ, ਉਹਨਾਂ ਚੀਜ਼ਾਂ ਤੋਂ ਨਾ ਬੜੇ ਲੈਵਲ ਦੇ ਉੱਤੇ ਆਜ਼ਾਦੀ ਮਿਲਦੀ ਹੈ। ਮੈਨੂੰ ਹੁਣ ਇਸ ਚੀਜ਼ ਦਾ ਕੰਪੀਟੀਸ਼ਨ ਨਹੀਂ ਮਹਿਸੂਸ ਹੁੰਦਾ ਕਿ ਮੈਂ ਵੀ ਜਾਵਾਂ ਫਿਰ ਕਲੱਬ 'ਚ ਜਾਵਾਂ, ਉੱਥੇ ਨੱਚਾਂ ਅਤੇ ਉੱਥੇ ਕਿਸੇ ਨਾਲ ਨਵੇਂ ਸੰਬੰਧ ਬਣਾਵਾਂ। ਹਾਂਜੀ, ਕਿਉਂਕਿ ਉਹ ਫਿਰ ਇੰਟਰ ਜਨਰੇਸ਼ਨਲ, ਮੈਂ ਆਪਣੇ ਪੁੱਤਰਾਂ ਦੀ ਜਨਰੇਸ਼ਨ ਦੇ ਵਿੱਚ ਕੰਪੀਟ ਕਰ ਰਿਹਾ ਹੋਵਾਂਗਾ। ਇੰਝ ਹੀ ਕੋਈ ਹੋਰ ਨਵੀਆਂ ਨੌਕਰੀਆਂ ਲੱਭਾਂ। ਹਾਂ, ਕਈਆਂ ਨੂੰ ਮਹਿਸੂਸ ਹੁੰਦਾ ਹੈ ਕਿ ਵੀ ਜੇ ਨੌਕਰੀ ਨਹੀਂ ਰਹੀ ਜਾਂ ਰਿਟਾਇਰ ਹੋ ਗਏ ਆ ਅਤੇ ਹੁਣ ਕੋਈ ਹੋਰ ਕੰਮ ਲੱਭਿਆ ਜਾਵੇ ਉਸੇ ਫੀਲਡ ਵਿੱਚ ਜਾਂ ਕੋਈ ਸਾਰੇ ਹੋਰ। ਪਰ ਉਹ ਆਜ਼ਾਦੀ ਹੈ ਕਿ ਜੇ ਮੈਂ ਚਾਹੁੰਦਾ ਤਾਂ ਮੈਂ ਕੋਈ ਆਪਣੀ ਨਵੀਂ ਭਾਸ਼ਾ ਸਿੱਖ ਸਕਦਾ, ਕੋਈ ਨਵੀਂ ਗੱਲ ਕਰ ਸਕਦਾ ਵਾਂ, ਕੋਈ ਨਵੀਂ ਨੌਕਰੀ ਵੀ ਲੱਭ ਸਕਦਾ ਵਾਂ। ਹਾਂਜੀ, ਫ੍ਰੀ ਸਰਵਿਸਿਜ਼ ਵੀ ਦੇ ਸਕਦਾ ਵਾਂ, ਜੋ ਕੁਝ। ਪਰ ਠੀਕ ਹੈ, ਇਹ ਜਿਹੜਾ ਵਾ ਨਾ ਬੁਢੇਪੇ ਦੇ ਕੁਝ ਐਡਵਾਂਟੇਜਿਸ ਹੈ ਅਤੇ ਬੜੇ ਇੱਕ ਤਰੀਕੇ ਨਾਲ ਪ੍ਰਿਵਿਲੇਜ ਕਲਾਸ ਦੇ, ਕਿ ਜਿਹੜੇ ਥੋੜ੍ਹੀ ਪੜ੍ਹੀ ਲਿਖੀ ਕਲਾਸ ਹੈ ਅਤੇ ਜਿਨ੍ਹਾਂ ਨੇ ਚੰਗੀਆਂ ਨੌਕਰੀਆਂ ਪਹਿਲੇ ਕੀਤੀਆਂ ਨੇ। ਜ਼ਿਆਦਾਤਰ ਤਾਂ ਜ਼ਿੰਦਗੀ ਦੇ ਵਿੱਚ ਬੰਦਾ ਕੰਮ ਕਰਕੇ ਇੰਨਾ ਸਾਰਾ ਕੁਝ ਉਹ ਘਿਸ ਗਿਆ ਹੁੰਦਾ ਕਿ ਅਤੇ ਉੱਤੋਂ ਜੇ ਸਮਾਜ ਦੇ ਵਿੱਚ ਵੀ ਉਹਨੂੰ ਲੱਗੇ ਕਿ ਹੁਣ ਮੇਰੀ ਇੱਜ਼ਤ ਮਾਣ ਵੀ ਨਹੀਂ ਰਿਹਾ, ਮੇਰੀ ਲੋੜ ਵੀ ਨਹੀਂ ਰਹੀ, ਅਤੇ ਉਹ ਉਹਦੇ ਨਾਲ ਡਰ ਲੱਗਦਾ।
ਤੇ ਪਰ ਮੈਂ ਉਸੇ ਗੱਲ ਨੂੰ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਡਰ ਤੋਂ ਬਚਿਆ ਜਾ ਸਕਦਾ ਜੇ ਅਸੀਂ ਉਹਨਾਂ ਗੁਣਾਂ ਵੱਲ, ਉਹਨਾਂ ਚਿੰਨ੍ਹਾਂ ਵੱਲ ਧਿਆਨ ਦਈਏ ਕਿ ਮੇਰੇ ਐਕਸਪੀਰੀਅੰਸ ਦਾ, ਮੇਰੀ ਸਿਆਣਪ ਦਾ। ਪਰ ਫਿਰ ਉਹੀ ਗੱਲ ਆ ਜਾਂਦੀ ਕਿ ਉਹ ਧਿਆਨ ਤਾਂ ਹੀ ਦਿੱਤਾ ਜਾ ਸਕਦਾ ਜੇ ਉਹਦੇ ਵਿੱਚ ਅਸੀਂ ਇੱਕ ਦੂਜੇ ਦਾ ਸਾਥ ਦਈਏ। ਸਮਾਜ ਇੱਕ ਦੂਜੇ ਦੀ ਉਸ ਜਿਹੜੀ ਵਿਸ਼ੇਸ਼ਤਾਈ ਹੈ ਉਹਨੂੰ ਪਛਾਣੇ, ਉਹਨੂੰ ਵਰਤੇ, ਉਹਦੇ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰੇ। ਸੋ ਇਹ ਤੇ ਗੱਲਾਂ ਹੈਗੀਆਂ ਨੇ ਕਿ ਬੜੀਆਂ ਜ਼ਰੂਰੀ ਕਿ ਸਾਨੂੰ ਬੁਢੇਪੇ ਦੇ ਵੱਲ ਕਿਵੇਂ ਆਪਣਾ ਵਿਵਹਾਰ ਜਾਂ ਆਪਣਾ ਐਟੀਟਿਊਡ ਰੱਖਣਾ ਚਾਹੀਦਾ। ਇਸ ਤੋਂ ਅੱਗੇ ਫਿਰ ਗੱਲ ਆਉਂਦੀ ਹੈ ਕਿ ਹੁਣ ਮੈਂ ਬਾਇਓਲੋਜੀ ਦੀ ਬੜੀ ਲੰਬੀ ਚੌੜੀ ਗੱਲ ਕਰ ਲਈ। ਕੁਝ ਦੋਸਤਾਂ ਮਿੱਤਰਾਂ ਨੂੰ ਉਹ ਥੋੜ੍ਹੀ ਜਿਹੀ ਔਖੀ ਵੀ ਲੱਗੀ, ਪਰ ਕਈਆਂ ਨੂੰ ਉਹ ਜ਼ਿਆਦਾ ਸੌਖੀ ਲੱਗੀ ਅਤੇ ਉਹ ਕਹਿੰਦੇ ਤੁਸੀਂ ਸਾਨੂੰ ਹੋਰ ਜ਼ਿਆਦਾ ਬਾਇਓਲੋਜੀ ਦਿਓ। ਇਹ ਇੱਕ ਬੈਲੈਂਸ ਜਿਹਾ ਕਰਨਾ ਹੈ ਤੇ ਬੜਾ ਚੈਲੰਜਿੰਗ, ਪਰ ਚਲੋ ਮੈਂ ਕੋਸ਼ਿਸ਼ ਕਰ ਰਿਹਾ ਕਿ ਇੱਕ ਬਾਇਓਲੋਜੀ ਦਾ ਆਧਾਰ ਅਸੀਂ ਹੁਣ ਬਣਾ ਲਿਆ ਕਿ ਅਸੀਂ ਕੀ ਜਾਣਦੇ ਹਾਂ ਕਿ ਬੁਢੇਪਾ ਕਿਵੇਂ ਹੁੰਦਾ, ਕਿਉਂ ਹੁੰਦਾ ਵੈ। ਸਾਡੇ ਸਰੀਰ 'ਚ ਕੋਈ ਸਾਡੇ ਐਨੀਮੀਜ਼ ਨਹੀਂ ਹੈਗੇ, ਸਾਡੇ ਕੋਈ ਜੀਨਸ ਨਹੀਂ ਹੈਗੇ, ਪਰ ਕਿਉਂਕਿ ਸਿਸਟਮ ਪਰਫੈਕਟ ਨਹੀਂ ਹੈ ਇਸ ਲਈ ਕੁਝ ਨਾ ਕੁਝ ਤਬਦੀਲੀਆਂ ਹਰ ਸਮੇਂ ਆਉਂਦੀਆਂ। ਪਰ ਉਸ ਤੋਂ ਬਾਅਦ ਜਿਹੜੀ ਅੱਜ ਦੀ ਹੁਣ ਵੱਡਾ ਹੀ ਗੱਲ ਆ ਜਾਂਦੀ ਹੈ ਕਿ ਅਸੀਂ ਫਿਰ ਬੁਢੇਪੇ ਬਾਰੇ ਕੁਝ ਕਰਨਾ ਚਾਹੁੰਦੇ ਹਾਂ, ਕਿਉਂਕਿ ਤੁਸੀਂ ਜੇ ਦੇਖੋ ਆਸੇ ਪਾਸੇ ਤੇ ਸਾਰੇ ਸੰਸਾਰ 'ਚ ਕਰੋੜਾਂ ਅਰਬਾਂ ਡਾਲਰਾਂ ਦਾ, ਰੁਪਈਆਂ ਦਾ ਜਿਹੜਾ ਵਪਾਰ ਹੈ ਉਹ ਐਂਟੀ ਏਜਿੰਗ ਦੇ ਨਾਂ ਥੱਲੇ ਚੱਲਦਾ। ਐਂਟੀ ਏਜਿੰਗ, ਹਾਂਜੀ, ਅਗੇਂਸਟ ਏਜਿੰਗ। ਤੇ ਉਹਦੀ ਮੇਨ ਟਾਰਗੇਟ ਉਹੀ ਪਾਪੂਲੇਸ਼ਨ ਹੈ ਮੋਸਟਲੀ ਜਿਹੜੀ ਕਿ ਬੁੱਢਾ ਹੋ ਚੁੱਕੀ ਹੈ ਜਾਂ ਬੁਢੇਪੇ ਦੇ ਵਿੱਚ ਹੈ, ਤੇ ਉਹਨਾਂ ਨੂੰ ਉਹਨਾਂ ਦੀ ਉਸੇ ਉਮਰ ਦੇ ਸਟੇਜ ਦੇ ਐਂਟੀ ਕਰਨਾ। ਉਹ ਐਂਟੀ ਏਜਿੰਗ ਤੋਂ ਮਤਲਬ ਕੀ ਹੈ, ਹਾਂਜੀ, ਕਿ ਉਹ ਕਿਉਂ ਅਸੀਂ ਕਰਨਾ ਚਾਹੁੰਦੇ ਹਾਂ, ਸਾਡਾ ਵਿਊ ਪੁਆਇੰਟ ਬੁਢੇਪੇ ਬਾਰੇ ਕੀ ਹੈ। ਸੋ ਉਹਦੇ ਕਈ ਤਰੀਕੇ ਸੋਚਣ ਦੇ ਨੇ। ਫਿਰ ਉਹੀ ਬਾਇਓਲੋਜੀ ਦੀ ਗੱਲ ਕਰਦੇ ਹਾਂ। ਜੇ ਅਸੀਂ ਇਹ ਸਵਾਲ ਪੁੱਛੀਏ ਕਿ ਕੀ ਬਾਇਓਲੋਜੀਕਲੀ ਜਾਂ ਈਵਨ ਸੋਸ਼ਲੀ ਬੁਢੇਪਾ ਇੱਕ ਬਿਮਾਰੀ ਹੈ, ਇਜ਼ ਏਜਿੰਗ ਏ ਡਿਜ਼ੀਜ਼? ਕਿਉਂਕਿ ਉਹਦੇ ਪਿੱਛੇ ਹੈ ਕਿ ਜੇ ਤੇ ਉਹ ਇੱਕ ਡਿਜ਼ੀਜ਼ ਹੈ ਤੇ ਫਿਰ ਘੱਟੋ ਘੱਟ ਥਿਓਰੈਟੀਕਲੀ ਉਹ ਡਿਜ਼ੀਜ਼ ਦਾ ਕੋਈ ਸਮਾਧਾਨ, ਕੋਈ ਇਲਾਜ, ਕੋਈ ਤਰੀਕਾ ਲੱਭਿਆ ਜਾ ਸਕਦਾ, ਤੇ ਫਿਰ ਅਸੀਂ ਇੱਕ ਉਸ ਡਿਜ਼ੀਜ਼ ਫਰੀ ਸਟੇਟ ਤੋਂ ਹੋ ਜਾਵਾਂਗੇ। ਉਹ ਕਿਹੜੀ ਹੋਏਗੀ ਏਜਿੰਗ ਦੇ ਵਿੱਚ ਡਿਜ਼ੀਜ਼ ਫਰੀ ਸਟੇਟ, ਇਹ ਬੜਾ ਮੁਸ਼ਕਿਲ ਹੈ ਕਿ ਦੱਸਣਾ। ਫਿਰ ਇਸ ਤੇ ਕਿਉਂਕਿ ਇਸ ਸਮੇਂ ਦੁਨੀਆ ਵਿੱਚ ਈਵਨ ਸਾਡੇ ਗਰੁੱਪ 'ਚ, ਸਾਡੇ ਸਾਇੰਸਦਾਨ, ਏਜਿੰਗ ਦੇ ਸਾਇੰਸਦਾਨਾਂ 'ਚ ਵੀ ਦੋ ਤਰ੍ਹਾਂ ਦੇ ਵੰਡੇ ਹੋਏ ਆ। ਇੱਕ ਗਰੁੱਪ ਉਹ ਹੈ ਜਿਹੜਾ ਕਹਿੰਦਾ ਕਿ ਹਾਂ ਏਜਿੰਗ ਇਜ਼ ਅ ਡਿਜ਼ੀਜ਼। ਉਹਨਾਂ ਦਾ ਕਾਰਨ ਇੱਕ ਇਹ ਹੈ ਕਿ ਇੱਕ ਤਾਂ ਏਜਿੰਗ ਤੋਂ ਜਿਹੜੀ ਹੈ ਸਾਨੂੰ ਇਵੈਂਚੁਅਲੀ ਕਿਉਂਕਿ ਮਾਰ ਦਿੰਦੀ ਹੈ, ਤੇ ਏਜਿੰਗ ਦੇ ਨਾਲ ਬੜੀਆਂ ਵੱਡੀਆਂ ਸਾਰੀਆਂ ਬਿਮਾਰੀਆਂ ਜਿਨ੍ਹਾਂ ਕਰਕੇ ਮਾਡਰਨ ਸੁਸਾਇਟੀ 'ਚ ਅੱਜ ਕੱਲ੍ਹ ਅਸੀਂ ਮਰਦੇ ਹਾਂ, ਕਿਉਂਕਿ ਜਿਹੜੇ ਪੁਰਾਣੀਆਂ ਬਿਮਾਰੀਆਂ ਦੀਆਂ ਕਾਰਨ ਹੁੰਦੇ ਸੀ ਉਹ ਮੋਸਟਲੀ ਵਿਕਸਿਤ ਦੇਸ਼ਾਂ 'ਚ, ਡਿਵੈਲਪ ਦੇਸ਼ਾਂ 'ਚ ਉਹ ਘੱਟ ਗਏ ਹੋਏ ਨੇ। ਹੁਣ ਭਾਵੇਂ ਫਿਰ ਕਰੋਨਾ ਦੀ ਪ੍ਰੋਬਲਮ ਉਹੀ ਆ ਗਈ ਕਿ ਇਨਫੈਕਸ਼ੀਅਸ ਡਿਜ਼ੀਜ਼ ਹੈ, ਨਹੀਂ ਤੇ ਇਨਫੈਕਸ਼ੀਅਸ ਡਿਜ਼ੀਜ਼ ਜਿਹੜੀਆਂ ਨੇ ਉਹਨਾਂ 'ਤੇ ਕਾਬੂ ਪਾ ਲਿਆ ਹੋਇਆ। ਤੇ ਫਿਰ ਅਸੀਂ ਏਜਿੰਗ ਦੀ ਕਰਕੇ ਜਿਹੜੇ ਮਰਦੇ ਹਾਂ, ਤੇ ਜੇ ਇਹਦਾ ਹੀ ਕੁਝ ਕਰਨਾ ਹੋਵੇ ਤੇ ਸਾਰੀਆਂ ਬਿਮਾਰੀਆਂ ਦਾ ਕਿਉਂਕਿ ਕਾਰਨ ਏਜਿੰਗ ਹੈ, ਤੇ ਏਜਿੰਗ ਤੇ ਫਿਰ ਉਹਨਾਂ ਸਾਰਿਆਂ ਦੀ ਮਾਂ ਹੋਈ। ਬੁਢੇਪਾ ਤੇ ਫਿਰ ਬਿਮਾਰੀਆਂ ਦਾ ਮੁੱਖ ਸਰੋਤ ਹੋਇਆ, ਤੇ ਇਹਨੂੰ ਅਸੀਂ ਏਜਿੰਗ ਨੂੰ ਹੀ ਡਿਜ਼ੀਜ਼ ਮੰਨੀਏ ਤੇ ਉਹਦੇ ਵਿੱਚ ਫਿਰ ਅਸੀਂ ਕੁਝ ਕਰੀਏ। ਇੱਕ ਇਹ ਵਿਊ ਪੁਆਇੰਟ ਹੈ। ਇਹਦੇ ਪਿੱਛੇ ਇੱਕ ਹੋਰ ਵੀ ਉਹਨਾਂ ਦਾ ਰੀਜ਼ਨ ਹੈ ਕਿ ਉਹ ਕਿਉਂ ਮੰਨ ਕੇ ਚੱਲਦੇ, ਉਹ ਹੈ ਪੈਸੇ ਦੇ ਨਾਲ ਜੁੜਿਆ ਹੋਇਆ। ਕਿ ਜੇ ਇੱਕ ਕਿਸੇ ਚੀਜ਼ ਕੰਡੀਸ਼ਨ ਨੂੰ ਸਮਾਜ ਦੇ ਵਿੱਚ ਡਿਜ਼ੀਜ਼ ਦਾ ਲੇਬਲ ਲੱਗ ਜਾਵੇ ਨਾ ਕਿ ਇਹ ਡਿਜ਼ੀਜ਼ ਹੈ, ਉਹਦੇ ਦੋ ਇੱਕ ਨਤੀਜੇ ਨਿਕਲਦੇ ਨੇ। ਇੱਕ ਤੇ ਫਿਰ ਵਿਕਸਿਤ ਸਮਾਜ ਦੀ ਇੱਕ ਤਰ੍ਹਾਂ ਦੀ ਡਿਊਟੀ ਬਣ ਜਾਂਦੀ ਹੈ ਕਿ ਜਿਹੜੀ ਬਿਮਾਰੀ ਹੈ ਇਹਦਾ ਮਤਲਬ ਉਹ ਮਨੁੱਖਾਂ ਦੇ ਸਫਰਿੰਗ ਕਰ ਰਹੀ ਹੈ, ਉਹਨਾਂ ਨੂੰ ਦੁਖਦਾਈ ਕਰ ਰਹੀ ਹੈ। ਉਹਦਾ ਫਰਜ਼ ਬਣਦਾ ਚੰਗੀ ਸੁਸਾਇਟੀ ਦਾ ਕਿ ਉਹ ਉਹਦੇ ਬਾਰੇ ਕੋਈ ਸਮਾਧਾਨ ਕਰੇ। ਤੇ ਦੂਜੇ ਪਾਸੇ ਇਹ ਹੁੰਦਾ ਕਿ ਜੇ ਕੋਈ ਚੀਜ਼ ਨੂੰ ਬਿਮਾਰੀ ਦਾ ਲੇਬਲ ਲਾ ਦਈਏ ਤੇ ਜਿਹੜੀ ਫੈਕਟਰੀਆਂ ਨੇ, ਕੰਪਨੀਆਂ ਨੇ, ਫਾਰਮਾਸਿਊਟੀਕਲ ਇੰਡਸਟਰੀ, ਕਾਸਮੈਟਿਕ ਇੰਡਸਟਰੀ, ਇਹ ਸਾਰੀਆਂ ਚੀਜ਼ਾਂ, ਉਹਨਾਂ ਨੂੰ ਉਸ ਚੀਜ਼ ਦੇ ਬਾਰੇ ਕੋਈ ਚੀਜ਼ਾਂ ਦਵਾਈ ਬਣਾਉਣ ਦਾ ਜ਼ਿਆਦਾ ਪ੍ਰੋਤਸਾਹਨ ਮਿਲਦਾ। ਸੋ ਦੋ ਤਰ੍ਹਾਂ ਦੇ ਉਹ ਜਿਹੜੇ ਸਾਇੰਸਦਾਨ ਨੇ, ਮੇਰੇ ਕਾਫੀ ਦੋਸਤ ਰਸ਼ੀਆ ਤੇ ਅਮਰੀਕਾ 'ਚ ਨੇ, ਉਹਨਾਂ ਦਾ ਇਕੋਨੋਮੀ ਦਾ ਬੜਾ ਵੱਡਾ ਰੀਜ਼ਨ ਬਣਦਾ ਕਿ ਜੇ ਏਜਿੰਗ ਡਿਜ਼ੀਜ਼ ਦਾ ਲੇਬਲ ਲੱਗ ਜੇ, ਜਿਹੜਾ ਹਾਲੇ ਤੱਕ WHO ਦੇ ਲਿਸਟ ਬਿਮਾਰੀਆਂ ਦੀ ਲਿਸਟ ਵਿੱਚ ਬੁਢੇਪਾ ਬਿਮਾਰੀ ਨਹੀਂ ਗਿਣਿਆ ਜਾਂਦਾ, ਪਰ ਬੜੀ ਲੌਬਿੰਗ ਹੋ ਰਹੀ ਹੈ ਕਿ ਇਹਦੇ ਉੱਤੇ ਨਾ ਬਿਮਾਰੀ ਦਾ ਲੇਬਲ ਲੱਗ ਜਾਏ। ਇੱਕ ਤਾਂ ਉਹ ਇਹ ਮੰਨ ਕੇ ਚੱਲਦੇ ਨੇ ਕਿਉਂਕਿ ਜੇ ਇੰਗਲਿਸ਼ ਦਾ ਵਰਡ ਜਿਵੇਂ ਡਿਸਈਜ਼ ਹੈ, ਡਿਜ਼ੀਜ਼ ਹੈ, ਕਿ ਇਹ ਕਿਉਂਕਿ ਬੁਢੇਪੇ ਦੇ ਵਿੱਚ ਤੁਹਾਨੂੰ ਇਹ ਡਿਸਕੰਫਰਟ ਹੋ ਰਿਹਾ, ਤੁਹਾਡੀ ਈਜ਼ੀਨੈਸ ਘੱਟ ਰਹੀ ਹੈ, ਅਸੀਂ ਇਹਨੂੰ ਡਿਜ਼ੀਜ਼ ਕਹਿ ਸਕਦੇ। ਸੋ ਇਹ ਇੱਕ ਬੜਾ ਵੱਡਾ ਆਰਗੂਮੈਂਟ ਚੱਲ ਰਿਹਾ ਕਿ ਡਿਜ਼ੀਜ਼ ਦੇ ਲੇਬਲ ਲਾਉਣ ਨਾਲ ਕਈ ਫਾਇਦੇ ਹੋਣਗੇ, ਨਵੀਂ ਰਿਸਰਚ ਹੋਏਗੀ, ਨਵੀਆਂ ਦਵਾਈਆਂ ਬਣਨਗੀਆਂ। ਕਿਉਂਕਿ ਜੇ ਡਿਜ਼ੀਜ਼ ਨੂੰ ਨਾ ਕਹੀਏ ਤੇ ਇਹਨੂੰ ਇਹੀ ਕਹਿ ਦਈਏ ਕਿ ਨੈਚੁਰਲ ਹੈ, ਤੇ ਨੈਚੁਰਲ ਤੇ ਫਿਰ ਉਹਦੀਆਂ ਦਵਾਈਆਂ ਨਹੀਂ ਬਣ ਸਕਦੀਆਂ, ਉਹਦੇ ਉਹ ਰਿਸਰਚ ਨਹੀਂ ਕਰਦੇ, ਪੈਸਾ ਲਾਉਣ ਵਾਲੇ ਪੈਸਾ ਨਹੀਂ ਲਾਉਂਦੇ। ਪਰ ਦੂਜੇ ਪਾਸੇ ਫਿਰ ਆਉਂਦਾ ਵੈ ਕਿ ਜਿਹੜੇ ਇਸ ਦੇ ਵਿਰੁੱਧ ਨੇ
कि भी एजिंग इज़ नॉट ए डिजीज़, एजिंग बीमारी नहीं है। एजिंग सारिया बीमारियां दी जड़ जरूर है। एल्जाइमर, पार्किंसन, डायबिटीज, बहुते कैंसर वो बुढ़ेपे करके होंदे ने, पर बुढ़ेपा अपने आप च बीमारी नहीं है। ਉਹਦੇ दो आर्गूमेंट फेर दिते जाते हैं। पहली तो एक नैचुरल अवस्था है साढ़े जीवन की, क्योंकि एनजी सब ने देखा, हमेशा हमेशा लिए देखा। वो आर्गूमेंट कोई बहुत वधिया नहीं, क्योंकि मनुख की तो सारी कहानी ही अपने नेचर तो अगे जान दी है। जे असी हर चीज़ नेचर की ही एक्सैप्ट करते होंगे ना, तो हाली दरख्तां ते ही लटकते होंगे। असी जो हुण गल्लां कर रहे हैं, जिथों तक पुज्जे हाँ पिछले 10 लाख साल साडी स्पीसीज़ पिछले 2 लाख साल तो, वो इसलिए कि असी नेचर नूं चैलेंज कीता। बैक्टीरिया तो वध नैचुरल की है जी, हुण करोने तो वध नैचुरल की है। ਅਸੀਂ क्यों नहीं उन्होंने फिर एक्सैप्ट करते, उन्होंने पूरी कोशिश करते हैं मारन की, हर तरह के जर्म्स नूं, पैरासाइट्स नूं। सो ये गल कहनी ना कि असीं नैचुरल हुंदे आ, तो इसदा इलाज भी ये इस तरह का नैचुरोपैथी होएगी। वो बिल्कुल एवें ढकोसलाए जाइए, मैनूं कदे वो गल जची नहीं कि मनुख नूं मनुख बनन दे लई सब तो वड्डा स्टैप ही ये लिया कि मनुख ने सिर्फ नेचर नूं अपनी लिमिटेशन के रूप च कबूल नहीं किया। हाँ, उन्होंने फिर वरतन लग्या, उन्होंने किवें वरत्या, बड़ियां गलतियां होईयां ने, समाजक होईयां ने, गलत चीज़ां भी बणियां, टैक्नोलॉजी भी बनी, एनवायरनमेंट भी बर्बाद होया, पर उहदी समझ भी सानूं आ गई कि नहीं यार इनू गड़बड़ हो गई, ये बारे कुछ करना। सो वो आर्गूमेंट नहीं है। जिहड़ा एक होर आर्गूमेंट दिंदे असीं बायोलॉजी वाले, वो ये है कि बीमारी ते बीमारी की हालत किनूं कहंदे आ। बीमारी हमेशा एक माइनॉरिटी इशू है। कोई भी ऐसी कंडीशन जिहड़ी सारिਆਂ ਨੂੰ ਹੁੰਦੀ ਹੋਵੇ ਉਹਨੂੰ ਬਿਮਾਰੀ नहीं कहते। जिवें परसों भी मैं कहा कि एल्जाइमर जिहड़ी है 15% लोगों ਨੂੰ होएगी, पर 85% लोगों ਨੂੰ नहीं होएगी। कैंसर 20-25% ਨੂੰ होणगे, पर 70-75% ਨੂੰ नहीं होणगे। सो बीमारी ਉਹਨੂੰ ਅਸੀਂ जनरली एग्री करके कहने आ जिहड़ी कि एक अपने आप दे विच लिमिटेड प्रपोर्शन पापूलेशन दे विच हुंदी है। एजिंग क्योंकि जे सारे जीवांगे सारिਆਂ ਦੀ होनी है। सो जिहड़ी चीज़ सारिਆਂ ਨੂੰ ਹੁੰਦੀ ਹੋਵੇ ਉਹਨੂੰ ਅਸੀਂ आम तौर पर बीमारी नहीं कहते, शायद ਉਹਨੂੰ बीमारी कह के कुछ होर फर्क पैंदा होवे। सो पहली दी ये पोजीशन है। दूजा जिहड़ा है कि एजिंग दीयां बीमारियां जिहड़ियां ने वो एजिंग दे प्रोसैस करके ने, तो एजिंग का फिर जिहड़ा मुख कारण बनता है, जिन्होंने बीमारी इसलिए भी नहीं कह सकते कि पहले जिवें मैं कह भी चुका कि ट्रीटमेंट की होएगा हर डिजीज़ का। थोरैटिकली कैंसर की अवस्था तो कैंसर फ्री हो सकते हैं। हाँ जी, आर्थराइटिस का इलाज हो सकता है। एल्जाइमर नूं असीं ट्रीट कर सकते हैं जे कदे सफल हो जाइए। एजिंग की ट्रीटमेंट का रूप की होएगा कि भी जिन्होंने कहा भी एजिंग की बीमारी हुण असीं ट्रीट हो गई, सो इसलिए इनू एजिंग की बीमारी कह के नहीं हैंडल किया जा सकता। फिर उस तो भी अगे ये गल आती है कि एजिंग की बीमारी के नाल बई क्योंकि सारिਆਂ ਨੂੰ ਹੁੰਦੀ है, बीमारी नहीं कही जा सकती, क्योंकि ਉਹਦੀ रिवर्सिबिलिटी ਦੀ ਸਾਡੇ ਕੋਲ पता नहीं है कि ਅਸੀਂ ਉਹਨੂੰ एज फ्री स्टेट की कहांगे। तो तीजा फिर आ जाता कि जे ਅਸੀਂ एजिंग ਨੂੰ बीमारी कहांगे ना, तो ਉਹਦਾ कारण जिवें ਅਸੀਂ समझ लिया पहले ही बायोलॉजी ਦੇ ਵਿੱਚ पिछलियां 2-3 ਗੱਲਾਂ ਵਿੱਚ कि एजिंग ਦਾ कारण तो हैगा जिंदगी ਦਾ प्रोसैस इटसैल्फ। लाइफ इटसैल्फ इज़ द कॉज ऑफ एजिंग, एंड इफ लाइफ इटसैल्फ इज़ द कॉज ऑफ एजिंग, सो लाइफ इज़ द डिजीज़, है कि नहीं। फिर तो सानू जिंदगी नूं ही कहना पेगा कि जिंदगी ही बीमारी है। हाँ, कई बार हासे च मेरे ख्याल एक कदे साडे नाना जी ने या किसी होर साइंसदान भी असीं कई बार करते हासे कि लाइफ इज़ ए सैक्शुअली ट्रांसमिटेड टर्मीनल डिजीज़। हाँ जी, क्योंकि वो संभोग चो पैदा होंदे आ तो वो जिहड़ी है वो टर्मीनल डिजीज़ कदे ना कदे उन्हें तुहानूं खत्म कर देना। सो ये जिहड़े कारण ने ना कि असीं जे एजिंग नूं डिजीज़ के रूप च देखिए तो सानूं सारी अपनी अप्रोच बदलनी पैंदी है कि असीं इहदे मसले बारे, क्योंकि हाँ सरीरक बीमारियां ने, समाजिक प्रॉब्लम्स ने, मानसिक प्रॉब्लम्स ने, हैगा तो बड़ा कुछ है, तो असीं सानूं उहदे बारे जे करना है, पर साडा व्यू पॉइंट की होवे। असीं उन्होंने एक एनिमी के रूप च लैके चलना है कि असीं अपनी सेहत नूं मेनटेन करन दे रूप च चलना। पर उस तो भी पहले जिहड़ी गल आ जाती है ना, वो ये है कि असीं सानूं सोचना पैना कि असां हुण बुढ़ेपे बारे ते उम्र बारे असीं करना चाहते की हाँ। ਇਹਦੇ 'ਚ ਮੈਨੂੰ ਤੁਹਾਡੀ भी मदद की लोड़ है, क्योंकि फिर वो मेरी गल ਵਧਾਉਣ ਦੇ ਵਿੱਚ मदद करेगी कि असीं की चाहते हो तुसीं भी तुसीं जिहड़ा वै किसी भी किस्म की तब्दीली ना आवे जिउंदी उम्र दे विच, जिन्नी मर्जी उम्र होवे 60-70-100, कि उह 'च तब्दीली कोई ना आवे, उंज दे उंज ही रहिए, उंज दे उंज किहड़ी उम्र वाले उंज दे उंज, उहदा भी फैसला करना पेगा। फिर जां
ਬਈ ਚਲੋ ਬੁਢੇਪਾ ਆਵੇ ਤੇ ਸਹੀ, ਪਰ ਥੋੜ੍ਹਾ ਜਿਹਾ ਘੱਟ ਸਪੀਡ 'ਤੇ ਆਵੇ, ਹਾਂਜੀ, ਤਾਂ ਕਿ ਮੇਰੇ ਜ਼ਿਆਦਾ ਉਹ ਜਿਵੇਂ ਸਾਇੰਸ ਦੀਆਂ ਤਰੱਕੀਆਂ ਨਾਲ ਹੋਣ ਵੀ ਲੱਗ ਪਿਆ ਕਿ ਜਿਹੜਾ ਬੁਢੇਪਾ ਅੱਜ ਤੋਂ 100 ਸਾਲ ਪਹਿਲੇ ਜਾਂ 200 ਸਾਲ ਪਹਿਲੇ 50-60 ਦੀ ਉਮਰ 'ਚ ਹੀ ਹੁੰਦਾ ਸੀ, ਉਹ ਬੁਢੇਪਾ ਹੁਣ ਥੋੜ੍ਹਾ ਲੇਟ ਦਿਸਦਾ, ਉਹਦੇ 'ਚ ਹੋਰ ਵੀ ਤਰੱਕੀ ਕੀਤੀ ਜਾ ਸਕਦੀ ਹੈ। ਜਾਂ ਆਉਂਦਾ ਹੈ ਕਿ ਬਈ ਮੈਨੂੰ ਬੁਢੇਪੇ ਦੀ ਬਿਮਾਰੀ ਕੋਈ ਨਾ ਆਵੇ ਅਤੇ ਉਹਨੂੰ ਪ੍ਰੀਵੈਂਸ਼ਨ ਕੀਤੀ ਜਾਵੇ, ਅਤੇ ਜੇ ਆ ਜਾਵੇ ਤਾਂ ਉਹਦੀ ਟਰੀਟਮੈਂਟ, ਹਾਂਜੀ, ਵੀ ਇਹ ਅਸੀਂ ਕਰਨਾ ਚਾਹੁੰਦੇ ਹਾਂ। ਬੁਢੇਪੇ ਦੀ ਸਪੀਡ ਸਲੋ ਕਰਨਾ ਚਾਹੁੰਦੇ ਹਾਂ ਕਿ ਬੁਢੇਪਾ ਆਉਣ ਹੀ ਨਹੀਂ ਦੇਣਾ ਚਾਹੁੰਦੇ, ਕਿ ਅਸੀਂ ਜੇ ਬੁਢੇਪਾ ਆ ਗਿਆ ਤਾਂ ਉਹਨੂੰ ਰਿਵਰਸ ਕਰਨਾ ਚਾਹੁੰਦੇ ਹਾਂ ਕਿ ਜੇ ਮੈਂ ਹੁਣ 65 ਸਾਲ ਦਾ ਅਤੇ ਮੈਂ ਆਪਣੇ ਆਪ ਨੂੰ ਜਵਾਨ ਕਰਨਾ ਹੈ, ਪਰ ਕਿੰਨਾ ਕੁ ਜਵਾਨ ਕਰਨਾ ਹੈ, 60 ਦਾ, 50 ਦਾ, 40 ਦਾ, ਕੀ? ਕਿਉਂਕਿ ਇਹ ਚੀਜ਼ਾਂ ਦੇ ਆਧਾਰ 'ਤੇ ਹੀ ਸਾਡਾ ਫਿਰ ਵਿਊ ਪੁਆਇੰਟ ਬਣਦਾ ਕਿ ਅਸੀਂ ਕਿਸ ਕਿਸਮ ਦੀ ਇੰਟਰਵੈਂਸ਼ਨ ਕਰਨੀ ਹੈ, ਕਿਹੜੀਆਂ ਦਵਾਈਆਂ ਬਣਨ ਜਾਂ ਜਿਉਣ ਦੇ ਤਰੀਕੇ ਲੱਭੀਏ। ਜਾਂ ਫਿਰ ਇੱਕ ਅਲਟੀਮੇਟ ਆ ਜਾਂਦੀ ਹੈ ਇੱਛਾ ਕਿ ਵੀ ਮੌਤ ਦਾ ਹੀ ਖਾਤਮਾ ਕਰਤਾ ਜਾਏ, ਕਿ ਮਰਨਾ ਹੀ ਨਹੀਂ ਹੈ, ਅਮਰ ਹੀ ਹੋ ਜਾਣਾ ਮੈਂ। ਉਹਦੇ ਲਈ ਫਿਰ ਸਾਇੰਸਦਾਨ ਕੀ ਕਰੇ ਕਿ ਅਮਰ ਸਾਨੂੰ ਕਿਉਂ ਹੋਣਾ ਪੈਣਾ, ਅਸੀਂ ਕਾਹਦੇ ਲਈ ਅਮਰ ਹੋਣਾ ਪੈਂਦਾ ਵਿਦਆਊਟ ਕੰਡੀਸ਼ਨ। ਇਹ ਮੈਂ ਆਮ ਤੌਰ 'ਤੇ ਸਵਾਲ ਪੁੱਛਦਾ ਹੁੰਦਾ ਆਪਣੇ ਜਰਨਲਿਸਟਾਂ ਦੇ ਵੇਲੇ ਜਾਂ ਲੋਕਾਂ ਦੇ ਲੈਕਚਰਾਂ ਦੇ ਵਿੱਚ। ਜੇ ਕੋਈ ਕਹਿੰਦਾ ਕਿ ਮੈਂ ਪੁੱਛਦਾ ਵੀ ਕਿੰਨੀ ਉਮਰ ਤੁਸੀਂ ਜਿਉਣਾ ਚਾਹੁੰਦੇ ਹੋ, ਅਤੇ ਆਮ ਤੌਰ 'ਤੇ ਲੋਕ ਕੋਈ ਬਹੁਤਾ ਵੱਡਾ ਨੰਬਰ ਨਹੀਂ ਦਿੰਦੇ, 100 ਅਤੇ 100 ਸਾਲ ਜਿਉ ਲਈਏ। ਮੈਂ ਕਹਿੰਦਾ ਵੀ ਜੇ ਮੇਰੇ ਕੋਲ ਦਵਾਈ ਹੈ ਤੁਹਾਨੂੰ 200 ਦੀ ਬਣਾ ਸਕਦੀ ਹੈ, ਉਹ ਜਿਵੋਗੇ। ਨਹੀਂ, ਜੇ ਸਾਡੇ ਦੂਜੇ ਵੀ ਹੋਣ, ਬੜੇ ਇਫ ਐਂਡ ਬਟ ਆਉਣਾ ਸ਼ੁਰੂ ਹੋ ਜਾਂਦਾ। ਇਹ ਜਿਹੜੇ 4 ਸਵਾਲ ਮੈਂ ਰੇਜ਼ ਕੀਤੇ ਨੇ ਨਾ ਅੱਜ, ਇਹਦੇ ਬਾਰੇ ਜ਼ਰਾ ਸੋਚੋ ਅਤੇ ਮੈਨੂੰ ਕੋਈ ਦਿਓ ਸੁਨੇ ਕਿ ਅਸੀਂ ਚਾਹੁੰਦੇ ਕੀ ਹਾਂ ਆਪਣੇ ਇਸ ਉਮਰ ਦੀ ਇਸ ਸਟੇਜ ਨੂੰ, ਜਿਹਨੂੰ ਅਸੀਂ ਬੁਢੇਪਾ ਕਹਿੰਦੇ ਹਾਂ, ਕਿ ਅਸੀਂ ਬੁਢੇਪੇ ਨੂੰ ਲੰਬਾ ਕਰਨਾ ਚਾਹੁੰਦੇ ਹਾਂ ਕਿ ਬੁਢੇਪੇ ਨੂੰ ਸਟਾਪ ਕਰਨੇ ਆ ਪਰ ਜਿਉਂਦੇ ਰਵਾਂਗੇ ਅਤੇ ਮਰਾਂਗੇ ਵੀ, ਜਾਂ ਜਿੰਨਾ ਕੁ ਬੁੱਢੇ ਹੋ ਚੁੱਕੇ ਹਾਂ ਉਹਨੂੰ ਵਾਪਸ ਰਿਵਰਸ ਕਰਨਾ ਵੈ ਕਿ ਅਸੀਂ ਕੋਈ ਐਸੇ ਤਰੀਕੇ ਲੱਭਣੇ ਨੇ ਫਿਜ਼ੀਕਲ ਰੂਪ ਦੇ ਵਿੱਚ ਕਿ ਅਸੀਂ ਹਮੇਸ਼ਾ ਦੇ ਲਈ ਜਿਉਂਦੇ ਰਹੀਏ। ਹਾਂਜੀ, ਮਾਨਸਿਕ ਸੋਸ਼ਲ ਅਤੇ ਗੱਲਾਂ ਅਤੇ ਧਾਰਮਿਕ ਗੱਲਾਂ ਬਥੇਰੀਆਂ, ਉਹਨਾਂ ਚੀਜ਼ਾਂ ਬਾਰੇ ਗੱਲਾਂ ਹੋ ਰਹੀਆਂ ਨੇ। ਇਹਨਾਂ 4 ਸਵਾਲਾਂ ਨੂੰ ਕਿਵੇਂ ਅਸੀਂ ਹੈਂਡਲ ਕਰਨਾ ਹੈ, ਇੱਥੋਂ ਹੀ ਅੱਗੇ ਅਸੀਂ ਹੁਣ ਗੱਲ ਵਧਾਉਣੀ ਹੈ। ਪਹਿਲੇ ਤਾਂ ਆਪਣਾ ਵਿਊ ਪੁਆਇੰਟ ਕਲੀਅਰ ਕਰੋ ਕਿ ਤੁਹਾਨੂੰ ਕੀ ਬੁਢੇਪਾ ਬਿਮਾਰੀ ਲੱਗਦੀ ਹੈ, ਕਿਉਂਕਿ ਸਾਨੂੰ ਡਰ ਲੱਗਦਾ ਹੈ ਬਿਮਾਰੀਆਂ ਤਾਂ ਹੋਣਗੀਆਂ ਫਿਜ਼ੀਕਲ, ਪਰ ਬੁਢੇਪਾ ਆਪਣੇ ਆਪ 'ਚ ਬਿਮਾਰੀ ਹੈ ਕਿ ਨਹੀਂ। ਮੇਰਾ ਵਿਊ ਪੁਆਇੰਟ, ਮੈਂ ਉਸ ਸਾਇੰਸਦਾਨ ਦੇ ਗਰੁੱਪਾਂ ਨੂੰ ਬਿਲੀਵ ਕਰਦਾ ਕਿ ਹਾਂ, ਏਜਿੰਗ ਦਾ ਪ੍ਰੋਸੈਸ ਸਾਨੂੰ ਬੁਢੇਪੇ ਦੀ ਅਵਸਥਾ 'ਚ ਲੈ ਜਾਂਦਾ, ਕਿਉਂਕਿ ਸਾਡਾ ਪ੍ਰੋਸੈਸ ਪਰਫੈਕਟ ਨਹੀਂ ਹੈ। ਅਤੇ ਜੇ ਅਸੀਂ ਬੁਢੇਪੇ ਨੂੰ ਬਿਮਾਰੀ ਕਹਾਂਗੇ ਨਾ, ਤਾਂ ਉਹ ਬਿਮਾਰੀ ਤੁਹਾਡਾ ਫਿਰ ਆਪਣਾ ਕਸੂਰ ਹੈ ਕਿ ਮੈਂ ਸਾਹ ਲੈਣਾ ਅਤੇ ਮੈਨੂੰ ਬੁਢੇਪਾ ਹੁੰਦਾ, ਮੈਂ ਰੋਟੀ ਖਾਣਾ ਅਤੇ ਮੈਨੂੰ ਬੁਢੇਪਾ ਹੁੰਦਾ, ਜਿਹੜੀ ਮੈਂ ਅੱਗੇ ਗੱਲ ਕਰ ਚੁੱਕਾ ਬਾਇਓਲੋਜੀ ਦੇ ਵਿੱਚ ਕਿ ਜੇ ਕਿੰਨੀਆਂ 'ਚ ਅਸੀਂ ਡੈਮੇਜਿਸ ਕਰ ਰਹੇ ਹੁੰਦੇ, ਉਹ ਤਾਂ ਫਿਰ ਸਾਡਾ ਹੀ ਹੋ ਗਿਆ ਕਸੂਰ। ਉਹ ਐਂਟੀ ਏਜਿੰਗ ਵਾਲੇ ਜਿਹੜੇ ਨੇ ਨਾ ਲਫ਼ਜ਼, ਉਹਦੇ ਤੋਂ ਮੈਂ ਬੜਾ ਕਲਪਦਾ ਕਿ ਐਂਟੀ ਏਜਿੰਗ ਜਿਹੜੀ ਹੈ, ਖਾਸ ਕਰਕੇ ਇਹ ਕੈਂਸਰ ਵਾਲੇ ਸਾਇੰਸਦਾਨਾਂ ਨੂੰ ਇਹਦੀ ਜ਼ਿਆਦਾ ਸਮਝ ਆ ਚੁੱਕੀ ਹੈ, ਅਤੇ ਉਹ ਕੋਸ਼ਿਸ਼ ਕਰਦੇ ਨੇ ਲੋਕਾਂ ਨੂੰ ਇਹ ਕਰਨ ਦੀ ਕਿ ਐਂਟੀ ਕੈਂਸਰ ਵਰਡ ਅਤੇ ਉਹਦੇ ਨਾਲ ਜੁੜੀ ਹੋਈ ਜਿਹੜੀ ਭਾਸ਼ਾ ਹੈ ਨਾ ਕਿ ਵਾਰ ਅਗੇਂਸਟ ਕੈਂਸਰ, ਅਤੇ ਵਾਰ ਵੀ ਉਸ ਬੰਦੇ ਨੇ ਬੜੀ ਡਟ ਕੇ ਉਹ ਜੰਗ ਲੜੀ ਕੈਂਸਰ ਨਾਲ, ਅਤੇ ਫਿਰ ਨਤੀਜਾ ਕੀ ਨਿਕਲਿਆ, ਉਹ ਤਾਂ ਫਿਰ ਵੀ ਹਾਰ ਗਿਆ। ਕਿਉਂਕਿ ਕੈਂਸਰ ਹਾਲੀ ਕੋਈ ਟਰੀਟਮੈਂਟ ਆ ਪਰਫੈਕਟ ਤਾਂ ਨਹੀਂ ਨਾ ਹੈਗੀਆਂ ਬਹੁਤੇ ਕੈਂਸਰਸ ਦੀਆਂ, ਕਿ ਜੇ ਇਹੋ ਜਿਹੀ ਜੰਗ ਜਿਹੜੀ ਹਾਰਨੀ ਹੋਈ ਹੈ, ਉਹ ਤੁਸੀਂ ਇੱਕ ਉਸ ਪੇਸ਼ੈਂਟ ਦੇ ਉੱਤੇ ਬੜਾ ਪ੍ਰੈਸ਼ਰ ਪਾਉਂਦੇ ਹੋ ਕਿ ਜੇ ਤੂੰ ਚੰਗੀ ਲੜਾਈ ਕਰਦਾ ਨਾ ਤਾਂ ਤੂੰ ਹਾਲੀ ਜਿਉ ਸਕਦਾ ਤਾਂ। ਉਹੀ ਹਾਲ ਜੇ ਅਸੀਂ ਏਜਿੰਗ ਨੂੰ ਵੀ ਕਹਿ ਦਾਂਗੇ ਨਾ ਬਿਮਾਰੀ ਹੈ ਅਤੇ ਇਹਦੇ ਅਗੇਂਸਟ ਵਾਰ ਕਰਨੀ ਹੈ ਅਤੇ ਵਾਰ 'ਤੇ ਅਸੀਂ ਹਾਰਨੀ ਹੈ, ਉਹ ਤਾਂ ਫਿਰ ਆਪਣੇ ਆਪ 'ਤੇ ਹੀ ਆ ਗਿਆ ਨਾ। ਇਹ ਜਿਹੜਾ ਵਾਰ ਦਾ ਰੈਟਰਿਕ ਹੈ, ਇਹ ਸਮਾਜਿਕ ਕਾਰਨਾਂ ਕਰਕੇ ਅਸੀਂ ਹਰ ਗੱਲ ਦੇ ਵਿੱਚ ਵਾਰ ਕਿਉਂਕਿ ਯੋਧਿਆਂ ਨੂੰ ਸੈਲੀਬ੍ਰੇਟ ਕਰਨਾ ਹੈ। ਹਾਂਜੀ, ਜਿਹੜਾ ਵੀ ਜੰਗ ਲੜੇ, ਕੋਈ ਜੰਗ ਨਹੀਂ ਲੜਨੀ, ਅਸੀਂ ਆਪਣੀ ਜ਼ਿੰਦਗੀ ਨੂੰ ਮੰਨਣਾ, ਜ਼ਿੰਦਗੀ ਨੂੰ ਜਿਉਣਾ, ਪਰ ਕਿਹੋ ਜਿਹੀ ਜਿਉਣੀ ਹੈ, ਕਿੰਨੀ ਲੰਬੀ ਜਿਉਣੀ ਹੈ, ਇਹ ਮੈਨੂੰ ਤੁਸੀਂ ਜੇ ਇਹਦੇ ਵਿੱਚ ਅੱਗੇ ਸ਼ਾਮਲ ਕਰੋ ਮੇਰੇ ਨਾਲ ਇਸ ਗੱਲਬਾਤ ਨੂੰ, ਅਤੇ ਫਿਰ ਅਸੀਂ ਅੱਗੇ ਵਧਾਵਾਂਗੇ। ਠੀਕ ਹੈ ਜੀ, ਆਲਮੋਸਟ 20 ਮਿੰਟ ਹੋਣ ਲੱਗੇ ਅਤੇ ਅੱਜ ਕੀ ਮੁਲਾਕਾਤ ਫਿਰ ਬਸ ਇਤਨੀ, ਕੱਲ ਫਿਰ ਮਿਲਾਂਗੇ।